ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅੰਮ੍ਰਿਤਪਾਲ ਕੌਰ ਲੈ ਕੇ ਹਾਜ਼ਰ ਹਾਂ ਪੰਜਾਬੀ ਟ੍ਰਿਬਿਊਨ ਦਾ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ। ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਜਿਸ ਮੁੱਦੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਹੈ ਕਰਜ਼ਾ ਮੁਆਫੀ 8ਵੇਂ ਨੰਬਰ ਤੇ ਪੰਜਾਬ। ਤੇ ਇਸ ਮੁੱਦੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਜੀ। ਭੁੱਲਰ ਸਰ, ਤੁਹਾਡਾ ਸਵਾਗਤ ਹੈ। ਮਿਹਰਬਾਨੀ ਅੰਮ੍ਰਿਤ। ਪੰਜਾਬ ਸਰਕਾਰ ਨੂੰ 4 ਵਰ੍ਹੇ ਮੁਕੰਮਲ ਹੋ ਗਏ ਨੇ ਸੱਤਾ ਵਿੱਚ ਆਈ ਨੂੰ, ਤੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰ ਨੇ ਕਈ ਵਾਅਦੇ ਕੀਤੇ ਸੀ ਜੋ ਅਜੇ ਤੱਕ ਵਫਾ ਨਹੀਂ ਹੋਏ। ਇਹਨਾਂ ਵਾਅਦਿਆਂ ਵਿੱਚੋਂ ਇੱਕ ਵਾਅਦਾ ਸੀਗਾ ਕਰਜ਼ਾ ਮੁਆਫੀ ਦਾ। ਕਰਜ਼ਾ ਮੁਆਫੀ ਮੁਕੰਮਲ ਕਹੀ ਗਈ ਸੀ ਕਿ ਸਾਰੇ ਜਿਹੜੇ ਕਿਸਾਨ ਨੇ ਉਹਨਾਂ ਦੀ ਕੀਤੀ ਜਾਵੇਗੀ, ਪਰ ਅਜੇ ਤੱਕ ਉਹਦੇ ਤੇ ਪੂਰਨ ਤੌਰ ਤੇ ਸਰਕਾਰ ਸਫਲ ਨਹੀਂ ਹੋਈ। ਇਸ ਬਾਰੇ ਤੁਹਾਡਾ ਕੀ ਕਹਿਣਾ ਸਰ? ਦੇਖੋ, ਲੋਕ ਰਾਜੀ ਮੁਲਕਾਂ ਦੇ ਵਿੱਚ ਵਿਅੰਗ ਦੇ ਤੌਰ 'ਤੇ ਇਹ ਗੱਲ ਕਹੀ ਜਾਂਦੀ ਹੈ ਕਿ ਉਸ ਨੂੰ ਵੋਟਾਂ ਦਿਓ ਜਿਹੜਾ ਸਭ ਤੋਂ ਘੱਟ ਵਾਅਦੇ ਕਰੇ। ਜੀ। ਬਾਅਦ 'ਚ ਉਹੀ ਘੱਟ ਹੈ ਜਿਹੜਾ ਤੁਹਾਨੂੰ ਨਿਰਾਸ਼ ਕਰਦਾ ਹੈਗਾ। ਪਰ ਪੰਜਾਬ ਦੇ ਲੋਕਾਂ ਨੇ 4 ਸਾਲ ਪਹਿਲਾਂ ਕਾਂਗਰਸ ਪਾਰਟੀ ਨੂੰ ਪੂਰੀ ਮੈਜੋਰਟੀ, ਮੈਸਿਵ ਮੈਜੋਰਟੀ ਨਾਲ ਸੱਤਾ ਦੇ ਵਿੱਚ ਲਿਆਂਦਾ ਔਰ ਸਭ ਤੋਂ ਵੱਧ ਵੋਟਾਂ ਦਿੱਤੀਆਂ। ਜੀ। ਔਰ ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਵੱਧ ਹੈ ਜਿਹੜੇ ਉਹ ਵਾਅਦੇ ਕੀਤੇ ਔਰ ਪੰਜਾਬ ਦੇ ਲੋਕ ਉਸ ਅਖਾਣ ਜਾਂ ਉਸ ਵਿਅੰਗ ਦੇ ਉਲਟ ਭੁਗਤੇ, ਜਿਸ ਕਰਕੇ ਪੰਜਾਬ ਨੂੰ ਅੱਜ 4 ਵਰ੍ਹਿਆਂ ਬਾਅਦ ਉਹਦਾ ਰੰਗ ਹੈ ਜਿਹੜਾ ਸਾਡੇ ਸਾਹਮਣੇ ਨਜ਼ਰ ਆ ਰਿਹਾ ਹੈਗਾ। ਜੀ। ਦੇਖੋ, 4 ਸਾਲ ਸਰਕਾਰ ਨੇ ਆਪਣੇ ਪੂਰੇ ਕਰ ਲਏ ਔਰ ਕੈਪਟਨ ਅਮਰਿੰਦਰ ਸਿੰਘ ਭਲਕੇ ਵੀਰਵਾਰ ਵਾਲੇ ਦਿਨ ਆਪਣੇ 4 ਵਰ੍ਹਿਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਹੈ ਜਿਹੜਾ ਉਹ ਪ੍ਰੈਸ ਨਾਲ ਸਾਂਝਾ ਕਰਨ ਜਾ ਰਹੇ ਨੇ। ਔਰ ਕਿਸਾਨ ਘੋਲ ਹੈ ਜਿਹੜਾ ਸਾਡਾ ਉਹ ਦਿੱਲੀ ਦੇ ਵਿੱਚ ਚੱਲ ਰਿਹਾ 3 ਕਾਨੂੰਨਾਂ ਨੂੰ ਲੈ ਕੇ। ਜੀ। ਤੇ ਕਰਜ਼ਾ ਮਾਫੀ ਦੇ ਵਿੱਚ ਇਸ ਵੇਲੇ ਅਸੀਂ 8ਵੇਂ ਨੰਬਰ ਤੇ ਹੈਗੇ ਹਾਂ। ਜੀ। ਪੰਜਾਬ ਸਰਕਾਰ ਨੇ ਜਾਂ ਕਾਂਗਰਸ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਆਪਣੇ ਮੈਨੀਫੈਸਟੋ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ, ਕਿਉਂਕਿ ਹੁਣ ਕਿਸਾਨ ਘੋਲ ਚੱਲ ਰਿਹਾ ਹੈਗਾ ਔਰ ਕਿਸਾਨ ਹੈ ਜਿਹੜਾ ਪੰਜਾਬ ਦਾ ਉਹ ਕੇਂਦਰ ਬਿੰਦੂ ਦੇ ਵਿੱਚ ਹੈ। ਇਸ ਕਰਕੇ ਅਸੀਂ ਵੀ ਫੋਕਸ ਹੈ ਜਿਹੜਾ ਅੱਜ ਦਾ ਉਹ ਕਿਸਾਨੀ ਤੇ ਹੀ ਕਰਾਂਗੇ ਕਿ ਕਿਸਾਨੀ ਨੂੰ ਲੈ ਕੇ, ਖੇਤੀ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੰਜਾਬ ਦੇ ਲੋਕਾਂ ਨਾਲ ਕਿਹੜੇ ਵਾਅਦੇ ਕੀਤੇ ਸੀ ਜਾਂ ਕਿਹੜਾ ਵਾਅਦਾ ਪ੍ਰਮੁੱਖ ਕੀਤਾ ਸੀ, ਉਸ 'ਤੇ ਉਹ ਕਿੰਨਾ ਕੁ ਨਿਭੇ ਨੇ। ਜਿਵੇਂ ਮੋਟੇ ਤੌਰ 'ਤੇ ਪਿਛਲੇ ਦਿਨਾਂ 'ਚ ਵੀ ਇਹ ਗੱਲ ਚਰਚਾ 'ਚ ਹਮੇਸ਼ਾ ਰਹੀ ਹੈ ਜਾਂ ਹੁਣ ਵੀ ਵਿਰੋਧੀ ਧਿਰਾਂ ਇਸ ਗੱਲ ਦੀ ਚਰਚਾ ਕਰਦੀਆਂ ਜਾਂ ਕਿਸਾਨ ਧਿਰਾਂ ਕਰਦੀਆਂ ਨੇ ਕਿ ਪੰਜਾਬ ਦੀ ਕਰਜ਼ਾ ਮਾਫੀ ਦਾ ਜਿਹੜਾ ਇਸ਼ੂ ਹੈਗਾ। ਤਾਂ ਜੇ ਅਸੀਂ ਐਕਸਪਰਟਸ ਜਿਹੜੇ ਸਾਡੇ ਖੇਤੀ ਮਾਹਰ ਹੈ ਉਹਨਾਂ 'ਤੇ ਯਕੀਨ ਕਰੀਏ ਤਾਂ ਉਹ ਆਖਦੇ ਨੇ ਕਿ ਪੰਜਾਬ ਦੇ ਕਿਸਾਨਾਂ ਸਿਰ ਇਸ ਵੇਲੇ 1 ਲੱਖ ਕਰੋੜ ਦਾ ਜਿਹੜਾ ਕਰਜ਼ਾ ਉਹਨਾਂ ਦੇ ਸਿਰ ਹੈਗਾ। ਤੇ ਪੰਜਾਬ ਦੇ 86% ਜਿਹੜੇ ਫਾਰਮਰ ਹੈਗੇ ਨੇ ਉਹ ਕਰਜ਼ਈ ਨੇ ਜਾਂ ਕਰਜ਼ੇ ਦੀ ਦਲਦਲ ਦੇ ਵਿੱਚ ਧਸੇ ਹੋਏ ਨੇ। ਔਰ ਜਿਹੜੀਆਂ ਸਾਡੀਆਂ ਕਿਸਾਨ ਤੇ ਰਾਣੇ ਜਥੇਬੰਦੀਆਂ ਨੇ ਉਹਨਾਂ ਦਾ ਜਿਹੜਾ ਕਿਆਸ ਹੈ ਉਹ ਹੈਗਾ ਕਿ 90,000 ਕਰੋੜ ਦਾ ਕਰਜ਼ਾ ਜਿਹੜਾ ਉਹ ਕਿਸਾਨਾਂ ਦੇ ਸਿਰ ਖੜਾ ਹੈਗਾ। ਪਰ ਇਸ ਦੇ ਉਲਟ ਜਦੋਂ ਕਾਂਗਰਸ ਦੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਜਾਂ ਆਉਣ ਤੋਂ ਪਹਿਲਾਂ ਜਦੋਂ ਚੋਣ ਪ੍ਰਚਾਰ ਚੱਲਦਾ ਸੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰ ਸਟੇਜ ਤੋਂ ਕਿਹਾ ਕਰਦੇ ਸੀ ਕਿ ਅਸੀਂ ਪੰਜਾਬ ਦੀ ਕਿਸਾਨੀ ਦਾ ਜਿਹੜਾ ਸਮੁੱਚਾ ਕਰਜ਼ਾ ਹੈ ਉਸ 'ਤੇ ਲੀਕ ਫੇਰਾਂਗੇ। ਪਰ ਜਦੋਂ ਸਾਡਾ ਸੱਤਾ 'ਚ ਆਉਣ ਤੋਂ ਬਾਅਦ ਪਹਿਲਾ ਬਜਟ ਤਿਆਰ ਹੁੰਦਾ ਹੈ ਤਾਂ ਉਹਦੇ ਵਿੱਚ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦੇ 10.25 ਲੱਖ ਲੋਕਾਂ ਦਾ ਜਿਹੜਾ ਕਰਜ਼ਾ ਹੈਗਾ ਉਹ ਮੁਆਫ ਕਰਨਾ ਹੈ ਔਰ ਜਿਹੜੀ ਕਰਜ਼ੇ ਦੀ ਹੱਦ ਮਿੱਥੀ ਜਾਂਦੀ ਹੈ ਜਾਂ ਕਰਜ਼ਾ ਰਾਸ਼ੀ ਰੱਖੀ ਜਾਂਦੀ ਹੈ ਉਹ ਹੈਗੀ 10,000 ਕਰੋੜ ਰੁਪਇਆ। ਤਾਂ ਇਹਦਾ ਮਤਲਬ ਹੈ ਕਿ ਅਸੀਂ 90,000 ਕਰੋੜ ਤੋਂ ਪਹਿਲੇ ਵਰੇ ਹੀ 10,000 ਕਰੋੜ ਤੇ ਆ ਗਏ ਔਰ ਉਸ ਤੋਂ ਬਾਅਦ ਅਸੀਂ ਕਿੰਨਾ ਟਾਈਮ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ। ਉਸ ਤੋਂ ਬਾਅਦ ਮੰਡੀ ਬੋਰਡ ਨੇ ਪੰਜਾਬ ਸਰਕਾਰ ਦੀ ਗਰੰਟੀ 'ਤੇ ਕਰਜ਼ਾ ਲਿਆ ਔਰ ਪੰਜਾਬ ਸਿਰ ਕਰਜ਼ਾ ਚੜਿਆ ਔਰ ਕਿਸਾਨਾਂ ਦਾ ਜਿਹੜਾ ਕਰਜ਼ਾ ਲੰਗੜਾ ਕਰਜ਼ਾ ਜਿਹੜਾ ਉਤਾਰਿਆ ਗਿਆ ਹੈਗਾ। ਔਰ ਜੇ ਅਸੀਂ ਨਜ਼ਰ ਮਾਰੀਏ ਤਾਂ ਹੁਣ ਤੱਕ 5,64,000 ਜਿਹੜੇ ਕਿਸਾਨ ਹੈ ਉਹਨਾਂ ਦਾ ਕਰਜ਼ਾ ਮਾਫ ਕੀਤਾ ਗਿਆ, ਜਿਹਦੀ ਰਾਸ਼ੀ 4,624 ਕਰੋੜ ਦੇ ਕਰੀਬ ਬਣਦੀ ਹੈਗੀ ਹੈ। ਕਹਿਣ ਤੋਂ ਭਾਵ ਕਿ ਜਿੰਨੀ ਕਮਿਟਮੈਂਟ ਕੀਤੀ ਸੀ ਇਹਨਾਂ ਨੇ ਬਜਟ ਦੇ ਵਿੱਚ, ਪਹਿਲੇ ਬਜਟ ਦੇ ਵਿੱਚ, ਉਹਦੇ ਵਿੱਚੋਂ ਹਾਲੇ ਤੱਕ 4 ਸਾਲ ਬੀਤ ਜਾਣ ਦੇ ਬਾਵਜੂਦ ਕੈਪਟਨ ਸਰਕਾਰ ਨੇ ਸਿਰਫ 46% ਹੈ ਜਿਹੜਾ ਉਹ ਕਰਜ਼ਾ ਮੁਆਫ ਕੀਤਾ ਹੈਗਾ। ਹੁਣ ਜਿਹੜਾ ਬਜਟ ਪੇਸ਼ ਕੀਤਾ 5ਵਾਂ ਬਜਟ ਜਾਂ ਆਖਰੀ ਬਜਟ ਕਹਿ ਲੈਂਦੇ ਹਾਂ ਅਸੀਂ, ਇਹਦੇ ਵਿੱਚ 1,13,000 ਜਿਹੜੇ ਕਿਸਾਨ ਹੈ ਉਹਨਾਂ ਦਾ ਕਰਜ਼ਾ ਮਾਫ ਕਰਨ ਦੀ ਗੱਲ ਕਹੀ ਗਈ ਹੈ। ਤਾਂ ਇਹਦਾ ਮਤਲਬ ਕਿ ਜਿਹੜੇ 10.25 ਲੱਖ ਕਿਸਾਨ ਸੀ, ਜੇ ਇਹਨਾਂ ਨੂੰ ਵੀ ਅਸੀਂ ਉਹਦੇ ਵਿੱਚ ਐਡ ਕਰ ਲਈਏ ਤਾਂ 3.5 ਲੱਖ ਕਿਸਾਨ ਫਿਰ ਵੀ ਬਚ ਜਾਂਦੇ ਆ ਜਿਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਰਾਹਤ ਹੈ ਜਿਹੜੀ ਉਹ ਨਹੀਂ ਮਿਲੇਗੀ। ਤੇ ਇਸ ਤੋਂ ਇਲਾਵਾ ਜਿਹੜੇ ਖੇਤ ਮਜ਼ਦੂਰ ਜਾਂ ਜਿਹੜੇ ਗੈਰ ਜ਼ਮੀਨੇ ਕਿਸਾਨ ਹੈਗੇ ਨੇ ਉਹਨਾਂ ਦਾ ਕਰਜ਼ਾ ਮਾਫ ਕਰਨ ਦੀ ਗੱਲ ਵੀ ਕਹੀ ਗਈ ਸੀ
ਲਾਸਟ ਬਜਟ ਦੇ ਵਿੱਚ, ਚੌਥੇ ਬਜਟ ਦੇ ਵਿੱਚ ਉਹਨਾਂ ਲਈ ਪੈਸਾ ਰੱਖਿਆ ਗਿਆ ਸੀ, ਪਰ ਪ੍ਰੈਕਟੀਕਲੀ ਹਕੀਕਤ ਦੇ ਰੂਪ ਦੇ ਵਿੱਚ ਕੁਝ ਨਹੀਂ ਸੀ ਹੋਇਆ। ਆਖਰੀ ਬਜਟ ਦੇ ਵਿੱਚ ਉਹਨਾਂ ਦੇ ਜਿਹੜੇ 2,25,000 ਗੈਰ ਜ਼ਮੀਨੇ ਔਰ ਖੇਤ ਮਜ਼ਦੂਰ ਹੈ, ਉਹਨਾਂ ਦੀ ਕਰਜ਼ਾ ਮਾਫੀ ਦੀ ਗੱਲ ਕੀਤੀ ਗਈ ਹੈ, ਔਰ ਉਹਨਾਂ ਲਈ 520 ਕਰੋੜ ਰੁਪਇਆ ਜਿਹੜਾ ਉਹ ਰੱਖਿਆ ਹੈਗਾ। ਜੇ ਅਸੀਂ ਟੋਟਲ ਨੂੰ ਵੀ ਮਿਲਾ ਲਾਂਗੇ ਫਿਰ ਵੀ ਜਿਹੜੀ ਕਰਜ਼ਾ ਮਾਫੀ ਹੈ ਜਿਹੜੀ ਉਹ 8,000 ਕਰੋੜ ਨੂੰ ਜਾਂ 7,500 ਕਰੋੜ ਦੇ ਆਸੇ-ਪਾਸੇ ਰਹੇਗੀ। ਹਾਲਾਂਕਿ ਕਰਜ਼ਾ ਮਾਫੀ ਇਹ ਤਾਂ ਹੈ ਨਹੀਂ ਕਿ ਸਾਡੀ ਇਕੱਲੀ ਸਟੇਟ 'ਚ ਹੈ, ਹੋਰ ਸਾਰੀਆਂ ਸਟੇਟਾਂ ਦੇ ਵਿੱਚ ਵੀ ਚੱਲ ਰਹੀ ਹੈ। ਤਾਂ ਸਵਾਲ ਅੰਮ੍ਰਿਤ ਇਹ ਉੱਠਦਾ ਹੈਗਾ ਕਿ ਜਦੋਂ ਪੋਲੀਟੀਕਲ ਪਾਰਟੀਆਂ ਲੋਕਾਂ ਨਾਲ ਪ੍ਰੋਮਿਸ ਕਰਦੀਆਂ ਨੇ, ਘੱਟੋ ਘੱਟ ਜਿਵੇਂ ਕਿਹਾ ਜਾਂਦਾ ਹੈ ਨਾ ਕਿ ਜਿਹੜਾ ਫਰਜ਼ ਤੁਹਾਡੇ ਸਾਹਮਣੇ ਹੈ ਘੱਟੋ ਘੱਟ ਉਹਨੂੰ ਤਾਂ ਪਹਿਲ ਦੇ ਆਧਾਰ ਤੇ ਅਦਾ ਕਰੋ ਨਾ। ਹੁਣ ਸਾਨੂੰ ਨੰਗੇ ਚਿੱਟੀ ਇਹ ਗੱਲ ਦਿਖ ਰਹੀ ਹੈ ਕਿ ਪੰਜਾਬ ਦਾ ਜਿਹੜਾ ਫਾਰਮਰ ਹੈ ਉਹ ਕਿੰਨੀ ਤਕਲੀਫ ਦੇ ਵਿੱਚ ਹੈਗੀ ਹੈ। 3 ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਹੈ ਜਿਹੜਾ ਉਹ ਕਦੇ ਵੈਸਟ ਬੰਗਾਲ ਜਾ ਰਿਹਾ ਹੈ, ਕਦੇ ਅਸਾਮ ਜਾ ਰਿਹਾ ਹੈ, ਦਿੱਲੀ ਬੈਠਾ ਹੈ, ਪੰਜਾਬ ਦੇ ਕਿੰਨਾ ਟਾਈਮਾਂ 'ਚ ਬੈਠਾ, ਆਪਣਾ ਘਰ ਛੱਡਣਾ ਬੜਾ ਮੁਸ਼ਕਲ ਹੁੰਦਾ ਹੈਗਾ। ਤਾਂ ਇਸ ਵਿਪਤਾ ਦੀ ਘੜੀ ਦੇ ਵਿੱਚ ਘੱਟੋ ਘੱਟ ਸਾਨੂੰ ਜਿਹੜੇ ਵਾਅਦੇ ਕੀਤੇ ਹੈ ਉਹਨਾਂ ਨੂੰ ਹਕੀਕੀ ਰੂਪ ਦੇਣਾ ਚਾਹੀਦਾ ਹੈਗਾ, ਕਿਉਂਕਿ ਹੁਣ ਤਾਂ ਸਰਕਾਰ ਕੋਲੇ ਸਾਲ ਹੀ ਬਚਿਆ। ਨਾਰਮਲੀ ਹੁੰਦਾ ਕੀ ਹੈ ਕਿ ਜਦੋਂ ਅਸੀਂ ਵਾਅਦੇ ਕਰਦੇ ਹਾਂ ਉਹ ਵਾਅਦੇ ਅਸੀਂ ਕਿਸੇ ਲਾਸਟ 5 ਮਹੀਨਿਆਂ ਲਈ ਨਹੀਂ ਕੀਤੇ ਜਾਂਦੇ। ਅਸੀਂ ਲੋਕਾਂ ਤੋਂ ਵੋਟ ਲੈਂਦੇ ਹਾਂ, ਲੋਕ ਆਪਣੀ ਵੋਟ ਦਿੰਦੇ ਆ ਇਹ ਸੋਚ ਕੇ ਕਿ 5 ਸਾਲ ਲਈ। ਤੇ ਸਰਕਾਰਾਂ ਦਾ ਨਾਰਮਲੀ ਐਟੀਟਿਊਡ ਇਹ ਬਣ ਗਿਆ, ਚਾਹੇ ਕੋਈ ਵੀ ਪਾਰਟੀ ਹੋਵੇ, ਕਿ ਜਿਹੜਾ ਲਾਸਟ ਈਅਰ ਹੁੰਦਾ ਹੈ ਉਦੋਂ ਉਹ ਇਸ ਤਰ੍ਹਾਂ ਦੀ ਰਿਉੜੀ ਵੰਡ ਹੈ ਜਿਹੜੀ ਕਰਦੀਆਂ ਜਾਂ ਵਾਅਦਿਆਂ ਨੂੰ ਹਕੀਕੀ ਰੂਪ ਦਿੰਦੀਆਂ ਨੇ। ਤਾਂ ਜਿਸ ਤਰ੍ਹਾਂ ਪਿੱਛੇ ਗੱਲ ਵੀ ਚੱਲਦੀ ਰਹੀ ਹੈ ਕਿ ਜਿਹੜੇ ਇਲੈਕਸ਼ਨ ਮੈਨੀਫੈਸਟੋ ਹੈ ਜਾਂ ਜਿੰਨੇ ਵੀ ਵਾਅਦੇ ਹੁੰਦੇ ਆ ਉਹਨੂੰ ਜ਼ਰੂਰਤ ਹੈ ਕਿ ਉਹਨੂੰ ਲੀਗਲ ਸ਼ੇਪ ਦਿੱਤੀ ਜਾਵੇ ਤਾਂ ਕਿ ਕੋਈ ਵੀ ਬੰਦਾ ਉਹਨੇ ਕੀ ਵਾਅਦੇ ਕਰੇ ਜਿੰਨੀ ਪੂਰਤੀ ਹੋ ਸਕੇਗੀ। ਜਿਵੇਂ ਪ੍ਰਸ਼ਾਂਤ ਕਿਸ਼ੋਰ ਬਾਰੇ ਉਦੋਂ ਕਿਹਾ ਜਾਂਦਾ ਸੀ ਕਿ ਸਾਰੇ ਘਰ ਘਰ ਰੁਜ਼ਗਾਰ ਦੀ ਗੱਲ ਚੱਲੀ ਸੀ, ਹੁਣ ਫੇਰ ਪ੍ਰਸ਼ਾਂਤ ਕਿਸ਼ੋਰ ਨੂੰ ਲਿਆਂਦਾ ਗਿਆ ਹੈਗਾ। ਤਾਂ ਮੇਰਾ ਮੋਟੇ ਤੌਰ ਤੇ ਕਹਿਣ ਨਾਲ ਕਿ ਬਾਕੀ ਛੱਡੋ ਤੁਸੀਂ ਕਿ ਕਿਸਾਨੀ ਨੂੰ ਤਾਂ ਜਦੋਂ ਤੁਸੀਂ ਸਾਰੇ ਜਾਣੇ ਰੋਟੀਆਂ ਕਿਸਾਨੀ ਦੇ ਨਾਂ ਤੇ ਸੇਕ ਰਹੇ ਨੇ ਤਾਂ ਘੱਟੋ ਘੱਟ ਕਿਸਾਨੀ ਦਾ ਜਿਹੜਾ ਵੱਡਾ ਮਸਲਾ ਹੈ ਕਰਜ਼ੇ ਵਾਲਾ, ਕਰਜ਼ਾ ਕੋਈ ਹੱਲ ਤਾਂ ਹੈ ਨਹੀਂ, ਘੱਟੋ ਘੱਟ ਉਸ ਨੂੰ ਤਾਂ ਸਰਕਾਰ ਆਪਣਾ ਜਿਹੜਾ ਹਕੀਕਤ 'ਚ ਲੈ ਆਵੇ। ਜੀ ਬਿਲਕੁਲ ਸਰ, ਤੁਸੀਂ ਦੱਸਿਆ ਕਿ ਪੰਜਾਬ ਵਾਂਗ ਹੋਰਨਾਂ ਸੂਬਿਆਂ ਵਿੱਚ ਵੀ ਕਰਜ਼ਾ ਮਾਫੀ ਕੀਤੀ ਗਈ ਹੈ, ਦੂਜੇ ਸੂਬਿਆਂ 'ਚ ਕੀ ਸਟੇਟਸ ਹੈ ਇਸ ਦਾ? ਕੀ ਉੱਥੇ ਵੀ ਪੰਜਾਬ ਵਰਗਾ ਹਾਲ ਹੈ ਜਾਂ ਇਹ ਤੋਂ ਬਿਹਤਰ ਹੈ? ਇਹਦੇ ਬਾਰੇ ਦੱਸੋ। ਦੇਖੋ, ਪਹਿਲੀ ਗੱਲ ਤਾਂ ਅਮਰਤ ਇਹ ਹੈਗੀ ਹੈ ਕਿ ਜਿਹੜੀ ਕਰਜ਼ਾ ਮਾਫੀ ਹੈ ਇਹ ਜਿਹੜੀ ਮੂਲ ਸਮੱਸਿਆ ਉਹਦਾ ਕੋਈ ਹੱਲ ਤਾਂ ਹੈ ਨਹੀਂ। ਆਪਾਂ ਕਹੀਏ ਕਿ ਉਹਦੇ ਨਾਲ ਜੜ ਕੱਟੀ ਜਾਏਗੀ, ਇਹ ਤਾਂ ਕਿਸਾਨੀ ਦੀ ਇੱਕ ਢਾਰਸ ਹੈ। ਘੱਟੋ ਘੱਟ ਜਿਹੜਾ ਡਿੱਗਿਆ ਪਿਆ ਆਦਮੀ ਹੈ ਉਹਨੂੰ ਥੋੜਾ ਠੁੰਮਣਾ ਮਿਲ ਜਾਂਦਾ, ਇਸ ਗੱਲ ਨਾਲ ਉਹਦੀ ਇਮਦਾਦ ਹੋ ਜਾਂਦੀ ਹੈਗੀ ਹੈ। ਤਾਂ ਸਭ ਤੋਂ ਪਹਿਲਾਂ ਯੂਪੀਏ ਦੀ ਸਰਕਾਰ ਸੀ ਉਦੋਂ ਸੈਂਟਰ ਦੇ ਵਿੱਚ 2008 ਦੇ ਵਿੱਚ, ਤਾਂ ਉਦੋਂ ਕਰਜ਼ਾ ਮਾਫੀ ਦੀ ਸਕੀਮ ਆਈ ਸੀ, ਤਾਂ ਉਦੋਂ ਵੀ ਲੋਕਾਂ ਨੂੰ ਥੋੜਾ ਬਹੁਤਾ ਫਾਇਦਾ ਹੋਇਆ ਸੀ। ਜਿਵੇਂ ਹੁਣ ਸਟੇਟ ਵਾਲੀ ਸਕੀਮ ਹੈ, ਜਿੰਨਾ ਲੋਕਾਂ ਦਾ ਹੁਣ ਤੱਕ ਕਰਜ਼ਾ ਮਾਫ ਹੋਇਆ ਉਹਦਾ ਜੇ ਆਪਾਂ ਔਸਤਨ ਕੱਢੀਏ ਤਾਂ ਪਰ ਕਿਸਾਨ ਹੈ ਜਿਹੜਾ 81,000 ਰੁਪਏ ਦਾ ਕਿਸਾਨਾਂ ਨੂੰ ਥੋੜਾ ਫਾਇਦਾ ਹੋਇਆ। ਉੱਥੇ ਨੁਕਸਾਨ ਵੀ ਹੋਇਆ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਲੱਗਦਾ ਸੀ ਸਾਨੂੰ ਕਰਜ਼ਾ ਮਾਫੀ ਦਾ ਫਾਇਦਾ ਮਿਲੇਗਾ, ਉਹਨਾਂ ਨੇ ਆਪਣੀਆਂ ਕਿਸ਼ਤਾਂ ਭਰਨੀਆਂ ਬੰਦ ਕਰ ਦਿੱਤੀਆਂ ਸੀ, ਪਰ ਉਹ ਕਰਜ਼ਾ ਮਾਫੀ ਸਕੀਮ ਦੇ ਵਿੱਚ ਆਉਂਦੇ ਨਹੀਂ ਸੀ, ਉਹਨਾਂ ਨੂੰ ਦੁੱਗਣੇ ਵਿਆਜ ਵੀ ਪੈ ਗਏ ਨੇ। ਉਲਟਾ ਅਸਰ ਵੀ ਇਹਦਾ ਦੇਖਣ ਨੂੰ ਮਿਲਿਆ। ਤੇ ਜਿੱਥੋਂ ਤੱਕ ਤੁਸੀਂ ਗੱਲ ਕਰਦੇ ਹੋ ਕਿ ਹੋਰ ਸਟੇਟਾਂ ਦੇ ਵਿੱਚ ਇਹ ਸਕੀਮ ਚੱਲਦੀ ਰਹੀ ਹੈ, ਪਹਿਲਾਂ ਜੇ ਆਪਾਂ ਕਰੀਏ 2014-16 ਦੀ ਗੱਲ ਕਰੀਏ ਉਸ ਦਰਮਿਆਨ ਤਾਂ ਤੇਲੰਗਾਨਾ ਦੇ ਵਿੱਚ ਇਹ ਸਕੀਮ ਸੀ, ਆਂਧਰਾ ਪ੍ਰਦੇਸ਼ ਦੇ ਵਿੱਚ ਕਰਜ਼ਾ ਮਾਫੀ ਦੀ ਸਕੀਮ ਆਈ ਸੀ, ਕਿਉਂਕਿ ਖੇਤੀ ਤੇ ਜਿਹੜੇ ਜ਼ਿਆਦਾ ਪੀੜਤ ਲੋਕ ਨੇ ਜਿਵੇਂ ਮਹਾਰਾਸ਼ਟਰ ਵਿਦਰਭਾ ਇਲਾਕਾ ਹੈ ਉੱਥੇ ਕਾਫੀ ਪੀੜਤ ਨੇ, ਕਰਨਾਟਕਾ ਦੇ ਵਿੱਚ, ਆਂਧਰਾ ਦੇ ਵਿੱਚ, ਮੱਧ ਪ੍ਰਦੇਸ਼ 'ਚ, ਪੰਜਾਬ ਸਾਡੀ ਜਿਹੜੀ ਕਾਟਨ ਬੈਲਟ ਹੈ ਉਹ ਸਭ ਤੋਂ ਵੱਧ ਵਿਕਟਮ ਬਣੀ ਹੈ ਇਸ ਗੱਲ ਦਾ ਖੇਤੀ ਦਾ। ਤਾਂ ਦੂਜੀਆਂ 10 ਸਟੇਟਾਂ ਇਸ ਵੇਲੇ ਹੈਗੀਆਂ ਜਿਨ੍ਹਾਂ ਨੇ 5 ਸਾਲਾਂ ਦੇ ਵਿੱਚ ਕਰਜ਼ਾ ਮਾਫੀ ਦੀਆਂ ਜਿਹੜੇ ਪ੍ਰੋਗਰਾਮ ਦਿੱਤੇ ਨੇ ਔਰ ਉਹਨਾਂ ਨੂੰ ਅੱਗੇ ਉਹਤੇ ਫੁੱਲ ਚੜਾਏ ਨੇ। ਤਾਂ ਜੇ ਆਪਾਂ ਗੱਲ ਕਰੀਏ ਕਿ ਸਭ ਤੋਂ ਪਹਿਲੇ ਨੰਬਰ ਤੇ ਗੱਲ ਕਰੀਏ ਕਰਜ਼ਾ ਮਾਫੀ ਦੀ ਅਮਾਊਂਟ ਦੇ ਐਂਗਲ ਤੋਂ, ਤਾਂ ਮਹਾਰਾਸ਼ਟਰ ਦਾ ਜਿਹੜਾ ਪਹਿਲਾ ਨੰਬਰ ਆਉਂਦਾ ਹੈਗਾ। ਤਾਂ ਉੱਥੋਂ ਤਕਰੀਬਨ ਉੱਥੋਂ ਦੀ ਜਿਹੜੀ ਸਰਕਾਰ ਨੇ ਉੱਥੋਂ ਦੇ ਕਿਸਾਨਾਂ ਦਾ 30,000 ਕਰੋੜ ਦਾ ਕਰਜ਼ਾ ਜਿਹੜਾ ਮਾਫ ਕੀਤਾ ਹੈਗਾ। ਕਿਉਂਕਿ ਜਿਸ ਤਰ੍ਹਾਂ ਸਾਡੇ ਕਾਟਨ ਬੈਲਟ ਹੈ ਉੱਥੋਂ ਦੀ ਵਿਦਰਭਾ ਦੇ ਵਿੱਚ ਕਾਟਨ ਕਾਫੀ ਹੁੰਦੀ ਹੈ, ਪਰ ਉੱਥੇ ਐਡੀਸ਼ਨਲ ਐਡ ਇਹ ਹੋ ਜਾਂਦੀ ਹੈ ਕਿ ਉੱਥੇ ਪਾਣੀ ਦੀ ਬੜੀ ਸਮੱਸਿਆ ਹੈਗੀ ਹੈ ਤੇ ਖੁਦਕਸ਼ੀਆਂ ਜਿੰਨੀ ਸਾਡੇ ਦਰ ਹੈ ਇਸ ਤੋਂ ਦੁੱਗਣੀ ਦਰ ਤੇ ਜਿਹੜੀਆਂ ਖੁਦਕਸ਼ੀਆਂ ਉਹ ਵਿਦਰਭਾ ਦੇ ਵਿੱਚ ਹੁੰਦੀਆਂ ਨੇ। ਤਾਂ ਪਹਿਲੇ ਨੰਬਰ ਤੇ ਜਿਹੜੀ ਮਹਾਰਾਸ਼ਟਰ ਸਰਕਾਰ ਹੈ ਉਹਨੇ ਸਭ ਤੋਂ ਵੱਧ 30,000 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਉੱਥੋਂ ਦੇ ਕਿਸਾਨਾਂ ਦਾ ਪਿਛਲੇ 5 ਸਾਲਾਂ ਦੇ ਵਿੱਚ ਮੁਆਫ ਕੀਤਾ ਹੈਗਾ। ਦੂਜੇ ਨੰਬਰ ਤੇ ਆਉਂਦਾ ਯੂਪੀ ਗਵਰਨਮੈਂਟ। ਯੂਪੀ ਗਵਰਨਮੈਂਟ ਨੇ 25,000 ਕਰੋੜ ਦੇ ਕਰੀਬ ਉੱਥੋਂ ਦੇ ਕਿਸਾਨਾਂ ਨੂੰ ਜਿਹੜੀ ਕਰਜ਼ਾ ਮਾਫੀ ਦਿੱਤੀ ਹੈਗੀ ਹੈ। ਤੇ ਤੀਸਰੇ ਨੰਬਰ ਤੇ ਆਉਂਦਾ ਕਰਨਾਟਕਾ। ਉੱਥੋਂ ਦੇ ਕਿਸਾਨਾਂ ਨੂੰ 22,000 ਕਰੋੜ ਰੁਪਏ ਦੀ ਜਿਹੜੀ ਰਾਹਤ ਹੈ ਉੱਥੋਂ ਦੀ ਸਰਕਾਰ ਨੇ ਸਟੇਟ ਗਵਰਨਮੈਂਟ ਤਰਫੋਂ ਜਿਹੜੀ ਦਿੱਤੀ ਹੈ। ਉਸ ਤੋਂ ਬਾਅਦ ਸਾਡਾ ਗੁਆਂਢੀ ਸੂਬਾ ਹੈਗਾ ਰਾਜਸਥਾਨ। ਉੱਥੋਂ ਦੀ ਸਰਕਾਰ ਨੇ ਵੀ ਤਕਰੀਬਨ 15,000 ਕਰੋੜ ਰੁਪਏ ਦੀ ਜਿਹੜੀ ਕਰਜ਼ਾ ਰਾਹਤ ਹੈ ਉੱਥੋਂ ਦੇ ਕਿਸਾਨਾਂ ਨੂੰ ਜਿਹੜੀ ਦਿੱਤੀ ਹੈਗੀ ਹੈ। ਉਸ ਤੋਂ ਅੱਗੇ ਆ ਜਾਂਦਾ ਤੁਹਾਡਾ ਮੱਧ ਪ੍ਰਦੇਸ਼। ਉੱਥੋਂ ਦੇ ਕਿਸਾਨਾਂ ਨੂੰ ਤਕਰੀਬਨ 12,000 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ ਹੈ।
ਉਸ ਤੋਂ ਬਾਅਦ ਜਿਹੜੇ ਹੋਰ ਛੋਟੇ ਮੋਟੇ J&K ਦੇ ਵਿੱਚ ਵੀ ਦਿੱਤੀ ਗਈ ਹੈਗੀ ਆ ਰਾਹਤ। ਤੇ ਪੰਜਾਬ ਨੇ ਜਿਹੜੀ 4625 ਕਰੋੜ ਦੀ ਸਾਡਾ ਨੰਬਰ ਹੈ ਜਿਹੜਾ ਪਿੱਛੇ ਆਉਂਦਾ, ਚਾਹੇ ਅਸੀਂ ਉਸ ਰੇਸ਼ੋ ਨਾਲ ਦੇਖੀਏ ਕਿ ਸਾਡੇ ਏਰੀਆ ਵੀ ਥੋੜਾ ਹੈਗਾ, ਪਰ ਸਾਡੇ ਜਿਹੜੇ ਉਹਦੀ ਡੈਂਸਿਟੀ ਹੈ ਉਹ ਜ਼ਿਆਦਾ ਹੈਗੀ ਆ, ਜਿਹੜਾ ਝਟਕਾ ਹੈ ਸਾਡਾ ਉਹ ਜ਼ਿਆਦਾ ਲੱਗਿਆ ਪੰਜਾਬ ਦੇ ਕਿਸਾਨਾਂ ਨੂੰ। ਤਾਂ ਲੋੜ ਤਾਂ ਇਸ ਗੱਲ ਦੀ ਹੈਗੀ ਸੀ ਕਿ ਚਾਹੇ ਸਟੇਟ ਗਵਰਨਮੈਂਟ ਹੈ ਚਾਹੇ ਸੈਂਟਰ ਗਵਰਨਮੈਂਟ ਹੈ, ਕਿ ਕਰਜ਼ਾ ਮਾਫੀ ਦਾ ਚਲੋ ਇੱਕ ਫਾਰ ਦਾ ਟਾਈਮ ਬੀਇੰਗ ਹੈਗੀ ਹੈ, ਕੋਈ ਰਾਹਤ ਮਿਲ ਜਾਂਦੀ ਹੈ, ਕਿ ਜਿਹੜੀ ਕਿਸਾਨੀ ਦਾ ਖੇਤੀ ਦਾ ਕੋਈ ਪੱਕਾ ਸੁਖਾਵਾਂ ਹੱਲ ਕੱਢ ਦੇ। ਤਾਂ ਇਹ ਪੰਜਾਬ ਗਵਰਨਮੈਂਟ ਵੀ ਉਸ ਮਾਮਲੇ 'ਚ ਫੇਰ ਰਹੀ ਹੈ ਤੇ ਸੈਂਟਰ ਗਵਰਨਮੈਂਟ ਵੀ ਫੇਰ ਰਹੀ ਹੈ। ਜੀ ਸਰ, ਕਰਜ਼ਿਆਂ ਦੇ ਨਾਲ ਖੇਤੀ ਕਾਨੂੰਨਾਂ ਦਾ ਮੁੱਦਾ ਵੀ ਅਜੇ ਤੱਕ ਸਾਰਿਆਂ ਨੇ ਭਖਿਆ ਹੋਇਆ, ਤੇ ਖੇਤੀ ਕਾਨੂੰਨਾਂ ਬਾਰੇ ਕੇਂਦਰ ਦਾ ਰਵੱਈਆ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਕਾਰਪੋਰੇਟ ਪੱਖੀ ਰਿਹਾ ਤੇ ਕਿਸਾਨਾਂ ਦੇ ਹੱਕ 'ਚ ਕੇਂਦਰ ਅਜੇ ਤੱਕ ਨਹੀਂ ਖੜਦੀ ਪਈ। ਇਸੇ ਦੌਰਾਨ ਪੰਜਾਬ ਸਰਕਾਰ ਦੀ ਡਿਊਟੀ ਪੰਜਾਬ ਸਰਕਾਰ ਨੇ ਕਿਵੇਂ ਨਿਭਾਈ ਆ, ਉਹਦੇ ਬਾਰੇ ਦੱਸੋ। ਦੇਖੋ, ਜਿੰਨੀਆਂ ਆਪਾਂ ਜੇ ਸਕੀਮਾਂ ਦੇ ਐਂਗਲ ਤੋਂ ਦੇਖਣਾ ਹੋਵੇ ਜਾਂ ਯੋਜਨਾਵਾਂ ਜਿੰਨੀਆਂ ਬਣੀਆਂ ਸੈਂਟਰ ਨੇ ਬਣਾਈਆਂ ਜਾਂ ਸਟੇਟ ਗਵਰਨਮੈਂਟ ਨੇ, ਅਸੀਂ ਇਹ ਨਹੀਂ ਕਹਿ ਸਕਦੇ ਅਮਰਤ ਕਿ 3 ਖੇਤੀ ਕਾਨੂੰਨ, ਉਹ ਤਾਂ ਆਪਾਂ ਨੂੰ ਪਤਾ ਹੈ ਕਿ ਸੈਂਟਰ ਦਾ ਜਿਹੜੀ ਭੂਮਿਕਾ ਹੈਗੀ ਹੈ ਉਹ ਤਾਂ ਕਿਸਾਨ ਵਿਰੋਧੀ ਸਾਰਿਆਂ ਨੂੰ ਨੰਗੀ ਚਿੱਟੀ ਹੈਗੀ ਹੈ, ਪਰ ਪੰਜਾਬ ਸਰਕਾਰ ਦੇ ਵੀ ਤਾਂ ਆਪਣੇ ਫਰਜ਼ ਬਣਦੇ ਹੈਗੇ ਨਾ। ਅਸੀਂ ਸਾਰਾ ਤੋੜਾ ਜਿਹੜਾ ਉਹ ਸੈਂਟਰ ਤੇ ਨਹੀਂ ਭੰਨ ਸਕਦੇ। ਬਾਕੀ ਸਟੇਟਾਂ ਨੇ ਵੀ ਆਪਣੇ ਪੱਧਰ ਤੇ ਕੀਤੇ ਫੈਸਲੇ ਲਏ ਨੇ, ਸਾਡੀ ਸਟੇਟ ਗਵਰਨਮੈਂਟ ਨੂੰ ਵੀ ਕਰਨਾ ਚਾਹੀਦਾ ਸੀ, ਪਰ ਅਸੀਂ ਜਿਹੜਾ ਬਾਜਾ ਹੈਗਾ ਕਿਸਾਨ ਦੇ ਨਾਂ ਤੇ ਜ਼ਿਆਦਾ ਵਜਾ ਰਹੇ ਹੈਗੇ ਆ, ਢੋਲ ਅਸੀਂ ਜ਼ਿਆਦਾ ਕੁੱਟ ਰਹੇ ਹਾਂ। ਹਰ ਪਾਰਟੀ ਦਾ ਇਸ ਗੱਲ ਤੇ ਜ਼ੋਰ ਲੱਗਿਆ ਹੋਇਆ ਕਿ ਅਸੀਂ ਕਿਸਾਨ ਪੱਖੀ ਹਾਂ। ਅਕਾਲੀ ਦਲ ਵਾਲੇ ਵੀ ਕਰ ਰਹੇ ਨੇ, ਆਮ ਆਦਮੀ ਪਾਰਟੀ ਵੀ ਹੁਣ ਬਾਘਾ ਪੁਰਾਣਾ ਦੇ ਵਿੱਚ ਆਪਦਾ ਸੰਮੇਲਨ ਕਰ ਰਹੀ ਹੈ। ਚਲੋ ਉਹਨਾਂ ਕੋਲੇ ਪੰਜਾਬ ਦੇ ਵਿੱਚ ਹਜੇ ਤਾਕਤ ਨਹੀਂ ਆਈ, ਅਕਾਲੀ ਦਲ ਕੋਲੇ ਗੱਠਜੋੜ ਦੀ ਸਰਕਾਰ ਕੋਲ ਤਾਕਤ ਰਹੀ ਹੈ। ਇਹਨਾਂ ਨੇ ਕੀ ਪਰਫਾਰਮ ਕੀਤਾ ਪਿਛਲੇ 10 ਸਾਲਾਂ 'ਚ? ਉਦੋਂ ਪਹਿਲਾਂ 1997 ਦੇ ਵਿੱਚ ਇਹਨਾਂ ਕੋਲ ਗਵਰਨਮੈਂਟ ਰਹੀ ਹੈ, 15 ਸਾਲ ਤਾਂ ਇਹਨਾਂ ਦਾ ਵੀ ਰਾਜ ਰਿਹਾ, ਕਿਉਂਕਿ ਪੰਜਾਬ ਦੇ ਕਿਸਾਨ ਦੀ ਜਿਹੜੀ ਮਾੜੀ ਹਾਲਤ ਦੀ ਸ਼ੁਰੂਆਤ ਹੁੰਦੀ ਹੈ ਉਹ 92 ਤੋਂ ਹੁੰਦੀ, ਜਦੋਂ ਕਾਟਨ ਕ੍ਰੌਪ ਫੇਲ ਹੋਣੀ ਸ਼ੁਰੂ ਹੁੰਦੀ ਹੈਗੀ ਹੈ। ਤਾਂ ਬਹੁਤ ਸਾਰੀਆਂ ਸਕੀਮਾਂ ਨੇ, ਜਿਸ ਤਰ੍ਹਾਂ ਸੈਂਟਰ ਦੀ ਇੱਕ ਸਕੀਮ ਹੈਗੀ ਹੈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਤਾਂ ਕੱਲਾ ਪੰਜਾਬ ਇੱਕ ਬਾਹਦ ਸੂਬਾ ਹੈ ਜਿਹਨੇ ਉਹ ਯੋਜਨਾ ਨੂੰ ਲਾਗੂ ਨਹੀਂ ਕੀਤਾ ਪੰਜਾਬ ਦੇ ਵਿੱਚ। ਇਹ ਠੀਕ ਹੈ ਕਿ ਉਹ ਹੋ ਸਕਦਾ ਸਾਡੇ ਅਨੁਕੂਲ ਨਹੀਂ, ਜਿਵੇਂ ਸਟੇਟ ਗਵਰਨਮੈਂਟ ਨੇ ਆਪਣਾ ਇਹ ਤਰਕ ਰੱਖਿਆ ਹੈਗਾ ਕਿ ਉਹ ਸਾਨੂੰ 12 ਨਹੀਂ ਖਾਂਦੀ, ਕਿ ਉਹਦਾ ਪ੍ਰੀਮੀਅਮ ਹੈ ਜਿਹੜਾ ਉਹ ਜ਼ਿਆਦਾ ਹੈਗਾ, ਜਾਂ ਜਿਹੜੀ ਉਹਦੀਆਂ ਕੰਡੀਸ਼ਨਾਂ ਨੇ ਉਹ ਸਾਨੂੰ ਸਾਡੇ ਜਿਹੜੇ ਮਨੋਰਥ ਹੈ ਉਹਦਾ ਹੱਲ ਨਹੀਂ ਕਰਦੀਆਂ। ਪਰ ਇਹ ਇੰਨੀ ਗੱਲ ਕਹਿ ਕੇ ਨਹੀਂ ਅਸੀਂ ਸਾਰ ਸਕਦੇ। ਇਹ ਗੱਲ ਹੈਗੀ ਜੁਲਾਈ 2017 ਦੀ। ਪੰਜਾਬ ਦੇ ਚੀਫ ਮਿਨਿਸਟਰ ਨੇ ਸੈਂਟਰ ਦੇ ਜਿਹੜੇ ਐਗਰੀਕਲਚਰ ਮਿਨਿਸਟਰ ਹੈ ਉਹਨਾਂ ਨੇ ਕਮਿਟਮੈਂਟ ਕੀਤੀ ਐਗਰੀਕਲਚਰ ਮਿਨਿਸਟਰਾਂ ਦੀ ਮੀਟਿੰਗ ਦੇ ਵਿੱਚ, ਔਰ ਪੰਜਾਬ ਦੇ ਵਿੱਚ ਵੀ ਇਹ ਉਹਨਾਂ ਨੇ ਆ ਕੇ ਗੱਲ ਕਹੀ ਕਿ ਅਸੀਂ ਪੰਜਾਬ ਦੇ ਵਿੱਚ ਐਗਰੀਕਲਚਰ ਇੰਸ਼ੋਰੈਂਸ ਕਾਰਪੋਰੇਸ਼ਨ ਬਣਾਵਾਂਗੇ। ਇਹ ਮਤਲਬ ਤਕਰੀਬਨ ਹੁਣ 4 4 ਸਾਲ ਹੋ ਗਏ ਗੱਲ ਕਹੀ ਨੂੰ, ਅੱਜ ਤੱਕ ਇੱਦਾਂ ਦੀ ਬੀਮਾ ਸਕੀਮ ਹੈ ਜਿਹੜੀ ਉਹ ਸਟੇਟ ਗਵਰਨਮੈਂਟ ਨੇ ਲਾਂਚ ਨਹੀਂ ਕੀਤੀ ਪੰਜਾਬ ਦੇ ਵਿੱਚ। ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਵੀ ਕੱਲ ਨੂੰ ਜਵਾਬ ਦੇਣਾ ਚਾਹੀਦਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕਿ ਕਿਉਂ ਇੰਨੀ ਢਿੱਲ ਵਰਤੀ ਗਈ। 4 ਸਾਲ ਹੋ ਗਏ ਨੇ। ਜੀ ਬਿਲਕੁਲ। ਇਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਲੌਜਿਕ ਦਿੱਤਾ ਹੈ, ਗੁਜਰਾਤ ਸਰਕਾਰ ਨੇ ਵੀ ਕਿਹਾ ਕਿ ਜਿਹੜਾ ਪ੍ਰੀਮੀਅਮ ਹੈ ਉਹ ਜ਼ਿਆਦਾ ਹੈ, ਪਰ ਉਹਨਾਂ ਨੇ ਆਪਣੀ ਸਟੇਟ ਗਵਰਨਮੈਂਟ ਤਰਫੋਂ ਲਾਗੂ ਕੀਤੀ ਹੈ। ਈਵਨ ਉਹਨਾਂ ਨੇ ਜਿਹੜਾ ਕਿਸਾਨਾਂ ਦਾ ਸ਼ੇਅਰ ਹੈ ਉਹ ਵੀ ਸਟੇਟ ਗਵਰਨਮੈਂਟ ਤਰਫੋਂ ਪਾਇਆ। ਮੱਧ ਪ੍ਰਦੇਸ਼ ਵੀ ਜਿਹੜੀ ਸੈਂਟਰ ਦੀ ਸਕੀਮ ਹੈ ਫਸਲੀ ਬੀਮਾ ਯੋਜਨਾ ਹੈ ਉਹ 'ਚੋਂ ਬਾਹਰ ਆ ਗਏ, ਉਹਨਾਂ ਨੇ ਆਪਣੀ ਲਾਗੂ ਕੀਤੀ ਹੈ। ਜੇ 2 ਸੂਬੇ ਹੋਰ ਕਰ ਸਕਦੇ ਨੇ ਔਰ ਤੁਸੀਂ ਪੰਜਾਬ ਗਵਰਨਮੈਂਟ ਕਮਿਟਮੈਂਟ ਕਰਦੀ ਹੈ ਫਿਰ ਉਸ ਤੋਂ ਭੱਜਦੀ ਹੈ, ਇਹ ਹੋਰ ਵੀ ਮਾੜੀ ਗੱਲ ਹੈ। ਇਸ ਤੋਂ ਸਾਨੂੰ ਸਟੇਟ ਗਵਰਨਮੈਂਟ ਦੀ ਸਿੰਸੀਅਰਿਟੀ ਹੈ ਉਹਦਾ ਪਤਾ ਲੱਗਦਾ ਹੈਗਾ। ਇਸ ਤਰ੍ਹਾਂ ਹੀ ਸੈਕਿੰਡ ਇੱਕ ਸਕੀਮ ਸੀਗੀ, ਉਹ ਸੀਗੀ ਪ੍ਰਾਈਸ ਸਟੈਬਲਾਈਜੇਸ਼ਨ ਫੰਡ ਸੀ, ਉਹ ਸੈਂਟਰ ਦਾ ਵੀ ਬਣਾਇਆ ਹੋਇਆ। ਕਈ ਸੂਬਿਆਂ ਜਿਵੇਂ ਉੜੀਸਾ ਹੈ ਉਹਨਾਂ ਨੇ ਵੀ ਬਣਾਇਆ ਹੋਇਆ। ਸਾਡੇ ਜਦੋਂ ਤਕਰੀਬਨ ਇਹ ਗੱਲ ਹੈਗੀ ਅਗਸਤ 2018 ਦੀ, ਅੰਮ੍ਰਿਤ ਸਾਡੇ ਵੀ ਜਿਹੜੀ ਕੈਬਨਿਟ ਦੇ ਵਿੱਚ ਇਹ ਇਸ਼ੂ ਆਇਆ ਸੀਗਾ, ਔਰ ਇਸ ਬਿੱਲ ਨੂੰ ਜਿਹੜੀ ਹਰੀ ਝੰਡੀ ਦਿੱਤੀ ਗਈ ਸੀ ਕਿ ਜਦੋਂ ਵੀ ਪੰਜਾਬ ਦੇ ਵਿੱਚ ਫਲਾਂ ਦੀਆਂ ਸਬਜ਼ੀਆਂ ਦੀ ਕੋਈ ਕੀਮਤ ਡਿੱਗੇਗੀ ਤਾਂ ਉਹਦੀ ਪੂਰਤੀ ਹੈ ਜਿਹੜੀ ਉਹ ਸਟੇਟ ਗਵਰਨਮੈਂਟ ਕਰੇਗੀ। ਪਰ ਉਹ ਬਿੱਲ ਅੱਜ ਤੱਕ ਹੈ ਜਿਹੜਾ ਵਿਧਾਨ ਸਭਾ ਦੇ ਵਿੱਚ ਨਹੀਂ ਆਇਆ। ਇਸ ਤਰ੍ਹਾਂ ਮਾਰਕੀਟ ਇੰਟਰਵੈਂਸ਼ਨ ਜਿਹੜਾ ਹੈਗਾ ਸਕੀਮ ਹੈਗੀ ਸੀ ਸੈਂਟਰ ਗਵਰਨਮੈਂਟ ਦੀ, ਉਹਦੇ ਵਿੱਚ ਵੀ ਅਸੀਂ ਕਦੇ ਕੋਈ ਲਾਹਾ ਨਹੀਂ ਲਿਆ। ਉਹਦੇ ਵਿੱਚ ਨਾਰਮਲੀ ਕੀ ਹੈ, ਜਿਹੜੇ ਦੂਜੇ 9-10 ਸੂਬੇ ਨੇ ਜਿਨ੍ਹਾਂ 'ਚ ਪਹਾੜੀ ਰਾਜ ਵੀ ਨੇ, J&K ਵੀ ਹੈ ਤੇ ਹਿਮਾਚਲ ਵੀ ਹੈਗਾ, ਉੱਤਰਾਖੰਡ ਵੀ ਹੈਗਾ, ਤੇ ਉਹਨਾਂ ਨੇ ਇਹ ਸਕੀਮ ਦਾ ਬਹੁਤ ਫਾਇਦਾ ਲਿਆ। ਇਹ ਸਕੀਮ ਇਹਦੇ ਵਿੱਚ ਇਹ ਹੁੰਦਾ ਹੈ ਕਿ ਜਦੋਂ ਸੈਂਟਰ ਗਵਰਨਮੈਂਟ ਸਟੇਟ ਗਵਰਨਮੈਂਟ ਨੂੰ ਇਹ ਲੱਗਦਾ ਹੈ ਕਿ ਸਾਡੇ ਸਪੋਜ਼ ਜਿਵੇਂ ਆਲੂ ਹੁੰਦੇ ਆ ਪੰਜਾਬ ਦੇ ਵਿੱਚ, ਸ਼ਿਮਲਾ ਮਿਰਚ ਹੁੰਦੀ, ਸਾਨੂੰ ਲੱਗਦਾ ਕਿ ਭਾਅ ਬਹੁਤ ਜ਼ਿਆਦਾ ਡਿੱਗ ਪਏ ਨੇ, ਤਾਂ ਅਸੀਂ ਸੈਂਟਰ ਗਵਰਨਮੈਂਟ ਨੂੰ ਇਸ ਸਕੀਮ ਦੇ ਤਹਿਤ ਲਿਖ ਸਕਦੇ ਹਾਂ ਲੈਟਰ ਕਿ ਸਾਨੂੰ ਤੁਸੀਂ ਹੈਲਪ ਦਿਓ। ਇਹ 50% ਸ਼ੇਅਰ ਹੈ ਜਿਹੜਾ ਸੈਂਟਰ ਗਵਰਨਮੈਂਟ ਪਾਉਂਦੀ ਹੈ, 50% ਸ਼ੇਅਰ ਹੈ ਜਿਹੜਾ ਸਟੇਟ ਗਵਰਨਮੈਂਟ ਪਾਉਂਦੀ ਹੈ, ਪਰ ਸਟੇਟ ਗਵਰਨਮੈਂਟ ਨੇ ਅੱਜ ਤੱਕ ਉਹਨਾਂ ਨੂੰ ਨਹੀਂ ਲਿਖਿਆ। ਇਸ ਕਿਸਮ ਦੇ ਹੈਗੇ ਆ। ਤਾਂ ਇਹ ਤੋਂ ਅੱਗੇ ਜਾ ਕੇ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਐਗਰੀਕਲਚਰ ਪਾਲਿਸੀ ਹੈ, ਗੱਠਜੋੜ ਦੀ ਸਰਕਾਰ ਪੰਜਾਬ ਦੇ ਵਿੱਚ 10 ਸਾਲ ਰਹੀ
ਤੇ ਕਿਸਾਨੀ ਦਾ ਇਹ ਹਾਰ ਰਿਹਾ, ਐਗਰੀਕਲਚਰ ਪਾਲਿਸੀ ਨਹੀਂ ਲੈ ਕੇ ਆਈ। ਹੁਣ ਜਿਹੜਾ ਆਪਣਾ ਫਾਰਮਰ ਕਮਿਸ਼ਨ ਹੈ ਉਹਨੇ ਦਾ ਡਰਾਫਟ ਤਿਆਰ ਕੀਤਾ ਹੋਇਆ, ਸਭ ਕੁਝ ਰੈਡੀ ਹੈਗੀ ਹੈ। ਤੇ ਹੁਣ ਸਾਡੇ ਸਾਹਿਬ ਜਿਹੜੇ ਵਿੱਤ ਮੰਤਰੀ ਨੇ, ਫਾਈਨਾਂਸ ਮਿਨਿਸਟਰ ਨੇ, ਉਹ ਕਹਿੰਦੇ ਨੇ ਕਿ ਜੀ ਅਸੀਂ ਅਗਲੇ ਜਿਹੜਾ ਮੌਨਸੂਨ ਸੈਸ਼ਨ ਹੈ ਉਹ 'ਚ ਲੈ ਕੇ ਆਵਾਂਗੇ। ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਹੁਣ ਜਵਾਬ ਦੇਣਾ ਚਾਹੀਦਾ, ਸਾਡੇ ਕਿਸਾਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ 5 ਸਾਲ ਕੀ ਕਰਦੇ ਰਹੇ, 5 ਸਾਲ ਉਹਨਾਂ ਨੇ ਐਗਰੀਕਲਚਰ ਪਾਲਿਸੀ ਕਿਉਂ ਨਹੀਂ ਬਣਾਈ। ਇਸ ਤੋਂ ਬਿਨਾਂ ਜਿਵੇਂ ਸਾਡੇ ਇਹ ਗੱਲ ਚੱਲਦੀ ਹੈਗੀ ਕਿ ਅਸੀਂ ਕਣਕ ਝੋਨੇ ਦੇ ਗੇੜ ਦੇ ਵਿੱਚ ਫਸੇ ਹੋਏ ਹਾਂ, ਤਾਂ ਸਟੇਟ ਨੇ ਕੀ ਡਿਊਟੀ ਪਰਫਾਰਮ ਕੀਤੀ। ਮੈਂ ਕਾਟਨ ਬੈਲਟ ਦੇ ਵਿੱਚ ਲੰਬਾ ਟਾਈਮ ਕਵਰੇਜ ਕੀਤੀ ਹੈਗੀ ਹੈ। ਮੈਂ ਦੇਖਦਾ ਰਿਹਾ ਕਿ 92 ਤੋਂ ਲੈ ਕੇ ਖਾਸ ਕਰਕੇ 2000 ਤੱਕ ਕਿਸਾਨ ਕਿਵੇਂ ਮਰਦੇ ਰਹੇ ਨੇ, ਉਹਨਾਂ ਦੀ ਇਨਪੁੱਟ ਕਾਸਟ ਕਿੰਨੀ ਵੱਧ ਗਈ ਸੀ, ਫਸਲਾਂ ਤਬਾਹ ਹੋ ਜਾਂਦੀਆਂ ਸੀ, ਉਹਦੇ ਵਜੋਂ ਹੀ ਉਹਨਾਂ ਨੂੰ ਕਰਜ਼ੇ ਚੁੱਕਣੇ ਪਏ, ਕਿਉਂਕਿ ਫਸਲਾਂ ਦਾ ਪੂਰਾ ਭਾਅ ਨਹੀਂ ਸੀ ਮਿਲਦਾ, ਕਾਟਨ ਦੀ ਪ੍ਰੋਡਕਸ਼ਨ ਨਹੀਂ ਸੀ ਹੁੰਦੀ, ਅਲਟਰਨੇਟਿਵ ਹੈ ਨਹੀਂ ਸੀ ਲੋਕਾਂ ਕੋਲੇ, ਪਾਣੀ ਦੇ ਕੋਈ ਸਾਧਨ ਨਹੀਂ ਸੀਗੇ। ਤਾਂ ਸਾਡੀਆਂ ਸਰਕਾਰਾਂ 92 ਤੋਂ ਲੈ ਕੇ ਅੱਜ ਤੱਕ ਤਕਰੀਬਨ ਮਤਲਬ 28-29 ਸਾਲ ਦਾ ਅਰਸਾ ਹੋ ਗਿਆ, ਇਹਨਾਂ ਨੇ ਨਾ ਕੋਈ ਐਗਰੀਕਲਚਰ ਪਾਲਿਸੀ ਬਣਾਈ, ਨਾ ਜਿਹੜੀ ਖੇਤੀ ਵਿਭਿੰਨਤਾ ਦਾ ਕੋਈ ਕਿਸਾਨਾਂ ਨੂੰ ਰਾਹ ਦਿਖਾਇਆ। ਅਸੀਂ ਸਾਰਾ ਤੋੜਾ ਜਿਹੜਾ ਕਿਸਾਨਾਂ ਤੇ ਤੋੜ ਦਿੰਦੇ ਹੈਗੇ। ਅਸੀਂ ਕਹਿੰਦੇ ਕਿ ਕਿਸਾਨ ਜ਼ਿੰਮੇਵਾਰ ਹੈ, ਕਿਸਾਨ ਕਣਕ ਝੋਨੇ 'ਚ ਗੇੜ 'ਚੋਂ ਨਹੀਂ ਨਿਕਲਦਾ, ਉਹ ਕਿਵੇਂ ਨਿਕਲੇਗਾ। ਅਸੀਂ ਤਾਂ ਉਹਨਾਂ ਨੂੰ ਚੋਣਾਂ ਦੇ ਟਾਈਮ 'ਚ ਟਿਊਬਵੈੱਲ ਕਨੈਕਸ਼ਨ ਵੰਡੀ ਜਾਂਦੇ ਹਾਂ। ਸਾਡੇ ਕਾਟਨ ਬੈਲਟ 'ਚ ਬਹੁਤ ਅੱਛੀ ਕਾਟਨ ਹੁੰਦੀ ਸੀ, ਕਿਸੇ ਟਾਈਮ ਬੜੀ ਭਰਪੂਰ ਫਸਲ ਹੁੰਦੀ ਸੀ, ਬਹੁਤ ਸਾਰੀਆਂ ਕਾਟਨ ਮਿੱਲਾਂ ਸੀ। ਹਾਲਾਂਕਿ ਕਾਟਨ ਦੀ ਫਸਲ ਜੇ ਆਪਾਂ ਇੰਪਲਾਇਮੈਂਟ ਦੇ ਐਂਗਲ ਤੋਂ ਦੇਖੀਏ, ਇੰਪਲਾਇਮੈਂਟ ਜ਼ਿਆਦਾ ਜਨਰੇਟ ਕਰਦੀ ਹੈਗੀ ਹੈ। ਹੁਣ ਦੂਜੇ ਪਾਸੇ ਕਣਕ ਝੋਨੇ 'ਚ ਤਾਂ ਸਾਰੇ ਹੀ ਮੈਨੂੰ ਲੱਗਦਾ ਮਹੀਨਾ ਸਵਾ ਮਹੀਨਾ ਜਿਹੜਾ ਰੁਜ਼ਗਾਰ ਮਿਲਦਾ ਹੈਗਾ। ਇਹਦੇ ਵਿੱਚ ਤਾਂ ਨਰਮੇ ਦੀ ਚੁਗਾਈ ਹੁੰਦੀ ਹੈ, 2-2.5 ਮਹੀਨੇ ਜਿਹੜਾ ਅਰਸਾ ਚੱਲਦਾ ਹੈ, ਇਹ ਰੁਜ਼ਗਾਰ ਦੇ ਐਂਗਲ ਤੋਂ ਵੀ ਵਧੀਆ ਹੈਗੀ ਆ। ਮੱਕੀ ਦੀ ਫਸਲ ਹੈ, ਬਾਜਰਾ ਹੈ, ਜੌਂ ਹੈ, ਸਰਕਾਰ ਨੇ ਕਦੇ ਐਫਰਟਸ ਹੀ ਨਹੀਂ ਕੀਤੀ। ਹਾਰਟੀਕਲਚਰ ਦੇ ਵਿੱਚ ਥੋੜ੍ਹਾ ਜਿਹਾ ਹੁਣ ਵੀ ਬਜਟ ਦੇ ਰੱਖੇ ਕਿ ਅਸੀਂ 25 ਜਿਹੜੀਆਂ ਮਿਲਖਾਂ ਬਣਾਵਾਂਗੇ, ਸਟੇਟ ਬਣਾਵਾਂਗੇ ਬਾਗਬਾਨੀ ਦੇ ਵਿੱਚ। ਉਹਦੇ ਵਿੱਚ ਕਿ ਕੋਈ ਜਿਹੜੇ ਕੋਈ 94 ਕਿਸਾਨ ਹੈ ਜਿਹੜੇ ਅਗਾਂਹ ਵਧੂ ਕਿਸਾਨ ਹੈ, ਕੁਛ ਉਹੀ ਉਸ ਚੀਜ਼ ਦਾ ਫਾਇਦਾ ਲੈਂਦਾ। ਆਮ ਕਿਸਾਨੀ ਨੂੰ ਤਾਂ ਕੁਛ ਨਹੀਂ ਮਿਲਦਾ। ਅਸਲ 'ਚ ਸਰਕਾਰਾਂ ਕੀ ਸੋਚਦੀਆਂ ਨੇ ਕਿ ਅਸੀਂ ਕਿਸਾਨਾਂ ਨੂੰ ਬਿਜਲੀ ਸਬਸਿਡੀ ਦੇਤੀ ਤੇ ਸਾਡੀ ਡਿਊਟੀ ਖਤਮ ਹੋ ਗਈ ਹੈ। ਲੋੜ ਤਾਂ ਹੈ ਕਿ ਠੋਸ ਕੋਈ ਹੱਲ ਕੱਢਿਆ ਜਾਵੇ ਉਹਦਾ। ਹੁਣ ਪਿੱਛੇ ਜੇ ਖੇਤੀ ਰਿਸਰਚ ਦੀ ਗੱਲ ਚੱਲੀ ਸੀ ਕਿ ਖੇਤੀ ਖੋਜ ਲਈ ਪੈਸਾ ਜਿਹੜਾ ਉਹ ਸੈਂਟਰ ਨੂੰ ਦੇਣਾ ਚਾਹੀਦਾ ਹੈ। ਸਾਡੇ ਜਿਹੜੇ ਫਾਈਨਾਂਸ ਮਿਨਿਸਟਰ ਮਨਪ੍ਰੀਤ ਬਾਦਲ ਨੇ, ਉਹ ਕਹਿੰਦੇ ਜੀ ਖੇਤੀ ਖੋਜ ਦਾ ਜਿਹੜਾ ਸਬਜੈਕਟ ਹੈ ਇਹ ਸਾਨੂੰ ਸੈਂਟਰ ਨੂੰ ਦੇ ਦੇਣਾ ਚਾਹੀਦਾ ਹੈ। ਲੌਜਿਕ ਕੀ ਦਿੱਤਾ ਕਿ ਇਹਦੇ ਲਈ ਸਾਡੇ ਕੋਲ ਪੈਸਾ ਨਹੀਂ ਹੈਗਾ। ਤਾਂ ਇਸ ਗੱਲ ਦਾ ਵਿਰੋਧ ਵੀ ਉੱਠਿਆ ਕਿ ਇਹ ਸਟੇਟ ਸਬਜੈਕਟ ਹੈ। ਅਸੀਂ ਤਾਂ ਪਹਿਲਾਂ ਸੈਂਟਰ ਨਾਲ ਲੜ ਰਹੇ ਹਾਂ ਕਿ ਸਾਡੇ ਸਬਜੈਕਟ 'ਚ ਤੁਸੀਂ ਦਖਲ ਦੇ ਰਹੇ ਹੋ, ਖੇਤੀ ਕਾਨੂੰਨ ਬਣਾਤੇ ਨੇ, ਤੇ ਅਸੀਂ ਆਪਣੇ ਆਪ ਕਿਵੇਂ ਸੌਂਪ ਸਕਦੇ ਹਾਂ, ਆਪਣੇ ਅਧਿਕਾਰਾਂ ਤੇ ਆਪ ਕਿਵੇਂ ਡਾਕਾ ਮਰਵਾ ਸਕਦੇ ਹੈਗੇ ਹਾਂ। ਤਾਂ ਸਾਡੇ ਵੀ ਰਿਸਰਚ ਦਾ ਕੰਮ ਵੀ ਬਿਲਕੁਲ ਬੰਦ ਪਿਆ ਹੈਗਾ। ਐਗਰੀਕਲਚਰ ਸਟੇਟ ਹੋਵੇ, ਉੱਥੇ ਕੋਈ ਰਿਸਰਚ ਨਾ ਹੋ ਰਹੀ ਹੋਵੇ। ਔਰ ਸਾਡੇ ਐਗਰੀਕਲਚਰ ਦਾ ਜਿਹੜਾ ਮਹਿਕਮਾ ਹੈ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਕੋਲ ਹੈ। ਤੇ ਮੈਨੂੰ ਨਹੀਂ ਲੱਗਦਾ ਕਿ ਪਿਛਲੇ 4 ਸਾਲਾਂ 'ਚ ਕੈਪਟਨ ਅਮਰਿੰਦਰ ਸਿੰਘ ਕਿੰਨੇ ਵਾਰੀ ਪੰਜਾਬ ਦੇ ਖੇਤਾਂ ਨੂੰ ਉਹਨੇ ਵਿਜ਼ਿਟ ਕੀਤਾ ਹੋਵੇਗਾ। ਮੇਰੇ ਯਾਦ ਹੈ ਇੱਕ ਵਾਰੀ ਮਾਨਸਾ ਗਏ ਸੀ ਕਿ ਜਦੋਂ ਕਰਜ਼ਾ ਮਾਫੀ ਦਾ ਸਮਾਗਮ ਸੀਗਾ, ਤੇ ਇੱਕ ਵਾਰੀ ਕੋਈ ਸ਼ਾਇਦ ਕੋਈ ਬਾਰਿਸ਼ਾਂ ਨੇ ਫਸਲਾਂ ਤਬਾਹ ਕਰਤੀਆਂ ਸੀ, ਉਦੋਂ ਦੇਖਣ ਗਏ ਸੀ। ਹਾਲਾਂਕਿ ਚਾਹੀਦਾ ਕਿ ਐਗਰੀਕਲਚਰ ਮਿਨਿਸਟਰ ਹੈ ਉਹ ਕਿਸਾਨਾਂ ਤੋਂ ਫੀਡਬੈਕ ਲਵੇ, ਫੀਲਡ 'ਚ ਜਾਵੇ, ਫਿਰ ਪਤਾ ਲੱਗੇਗਾ ਕਿ ਕਿਸਾਨਾਂ ਦੀਆਂ ਕੀ ਪ੍ਰੋਬਲਮਾਂ ਨੇ। ਨਹੀਂ ਤਾਂ ਇਹ ਅੰਕੜੇ ਨੇ, ਕਾਗਜ਼ੀ ਗੱਲਾਂ ਨੇ ਕਿ ਬਿਊਰੋਕ੍ਰੇਸੀ ਆਪਣੇ ਤਰੀਕੇ ਨਾਲ ਇੱਕ ਤਸਵੀਰ ਬਣਾਈ ਜਾਂਦੀ ਹੈ। ਤੇ ਲੋਕਾਂ ਨੂੰ ਹੁਣ ਅੰਕੜਿਆਂ ਦੀ ਲੋੜ ਨਹੀਂ ਹੈਗੀ, ਲੋਕਾਂ ਨੂੰ ਲੋੜ ਹੈ ਕਿ ਪ੍ਰੈਕਟੀਕਲੀ ਕੁਝ ਸਰਕਾਰ ਕਰਕੇ ਦਿਖਾਵੇ। ਜੀ ਬਿਲਕੁਲ ਸਰ, ਕਿਸਾਨਾਂ ਦੀ ਹਾਲਤ ਜਿਹੜੀ ਇੰਨੀ ਵਿਗੜੀ ਹੋਈ ਹੈ, ਤੁਸੀਂ ਦੱਸਿਆ ਹੀ ਆ, ਉਹਨੂੰ ਕਿਵੇਂ ਸੁਧਾਰਿਆ ਜਾ ਸਕਦਾ? ਦੇਖੋ, ਜਿਸ ਤਰ੍ਹਾਂ ਦਾ ਹੋ ਚੁੱਕਿਆ, ਜਿਸ ਤਰ੍ਹਾਂ ਦੀ ਬਿਮਾਰੀ ਵੱਧ ਚੁੱਕੀ ਹੈ, ਹੁਣ ਤਾਂ ਇਹ ਲੱਗਦਾ ਕਿ ਕੋਈ ਮੇਜਰ ਸਰਜਰੀ ਦੀ ਲੋੜ ਹੈਗੀ ਹੈ। ਪਰ ਉਲਟਾ ਸਰਜਰੀ ਦੀ ਥਾਂ ਅਸੀਂ ਕਿਸ ਗੱਲ ਪਰ ਨਵੇਂ ਕਾਨੂੰਨ ਬਣਾ ਕੇ ਰੱਖਤੇ। ਅਸੀਂ ਇੱਕ ਬਿਮਾਰ ਬੰਦੇ ਤੇ ਇੱਕ ਹੋਰ ਨਵਾਂ ਬੋਝ ਪਾ ਦਿੱਤਾ। ਤਾਂ ਸਾਡੇ ਕਿਸਾਨ ਹੁਣ ਦਿੱਲੀ ਬੈਠੇ ਨੇ, ਦੂਸਰੇ ਸੂਬਿਆਂ ਤੁਰੇ ਫਿਰਦੇ ਨੇ। ਤਾਂ ਇਹਦੇ ਲਈ ਦੋਨੇ ਅੰਮ੍ਰਿਤ ਭੂਮਿਕਾ ਨਿਭਾਉਣੀ ਪਏਗੀ, ਸੈਂਟਰ ਗੌਰਮੈਂਟ ਨੂੰ ਵੀ ਔਰ ਸਟੇਟ ਗੌਰਮੈਂਟ ਨੂੰ ਵੀ। ਸੈਂਟਰ ਦੇ ਪਾਰਟ 'ਤੇ ਤਾਂ ਇਹ ਹੈਗਾ ਕਿ ਜਿੰਨੀਆਂ ਵੀ ਐਗਰੀਕਲਚਰ ਇਨਪੁਟਸ ਹੈਗੀਆਂ ਨੇ, ਚਾਹੇ ਉਹ ਡੀਜ਼ਲ ਲੈ ਲਓ ਤੁਸੀਂ, ਚਾਹੇ ਤੁਸੀਂ ਫਰਟੀਲਾਈਜ਼ਰ ਲੈ ਲਓ, ਤੇ ਚਾਹੇ ਤੁਸੀਂ ਪੈਸਟੀਸਾਈਡ ਲੈ ਲਓ, ਇਹਨਾਂ ਦਾ ਟੋਟਲ ਕੰਟਰੋਲ ਹੈ ਉਹ ਸੈਂਟਰ ਦੇ ਹੱਥ ਹੈ। ਇਸ ਤਰ੍ਹਾਂ ਜਿਹੜੀਆਂ ਖੇਤੀ ਜਿਨਸਾਂ ਨੇ ਉਹਨਾਂ ਜਿਹੜਾ ਭਾਅ ਤੈਅ ਕਰਨਾ ਹੈ ਉਹ ਸੈਂਟਰ ਦੇ ਹੱਥ ਹੈ, ਕਿਉਂਕਿ ਸਟੇਟਾਂ ਕੋਲ ਇੰਨੀ ਪਹੁੰਚ ਨਹੀਂ ਹੈਗੀ ਕਿ ਉਹ ਜਿਨਸਾਂ ਦੀ ਖੁਦ ਪੱਲਿਓਂ ਖਰੀਦ ਕਰ ਸਕਣ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਸਾਨੂੰ 1.25 ਲੱਖ ਕਰੋੜ ਰੁਪਏ ਦੀ ਲੋੜ ਹੈ। ਪੰਜਾਬ ਦਾ ਤਾਂ ਐਡਾ ਬਜਟ ਹੀ ਹੈ ਨਹੀਂ, ਪੰਜਾਬ ਦੀ ਤਾਂ ਪਹੁੰਚ ਹੀ ਹੈ ਨਹੀਂ ਇੰਨੀ ਕਿ ਉਹ ਆਪ ਖਰੀਦ ਕਰ ਸਕੇ। ਇਸ ਕਰਕੇ ਸੈਂਟਰ ਗੌਰਮੈਂਟ ਨੂੰ ਕਿਸਾਨਾਂ ਦੇ ਜਿਹੜੇ ਫਸਲਾਂ ਦੇ ਵਿੱਚ ਜਿਹੜੀ ਕਮਾਈ ਘਟੀ ਹੈ ਉਹਦੀ ਪੂਰਤੀ, ਜਿਵੇਂ ਆਪਾਂ ਕਹਿ ਦਿੰਦੇ ਕਿ 2022 ਤੱਕ ਉਹਦੀ ਡਬਲ ਇਨਕਮ ਕਰ ਦਿੱਤੀ ਜਾਏਗੀ ਕਿਸਾਨਾਂ ਦੀ, ਉਹ ਵੀ ਕਾਗਜ਼ੀ ਗੱਲਾਂ ਨੇ ਹਜੇ।
ਗਰਾਊਂਡ ਦੇ ਵਿੱਚ ਸਾਨੂੰ ਕੁਝ ਨਹੀਂ ਦਿਖ ਰਿਹਾ। ਸਾਨੂੰ ਲੋੜ ਇਸ ਗੱਲ ਦੀ ਹੈ ਕਿ ਫਸਲਾਂ ਦੇ ਚੰਗੇ ਭਾਅ ਦਿੱਤੇ ਜਾਣ। ਜਿਹੜੀ ਇਨਪੁਟ ਕਾਸਟ ਹੈ, ਜਿਵੇਂ ਹੁਣ ਮੋਦੀ ਸਰਕਾਰ ਨੇ ਪਿੱਛੇ 6,000 ਰੁਪਏ ਸਾਲ ਦਾ ਸਾਨੂੰ ਇੱਕ ਪੈਨਸ਼ਨ ਦੇ ਰੂਪ ਦੇ ਵਿੱਚ ਹੀ ਸਮਝ ਲਓ ਦੇਣਾ ਸ਼ੁਰੂ ਕੀਤਾ ਹੈ ਕਿਸਾਨਾਂ ਨੂੰ। ਪਰ ਦੂਸਰੀ ਤਰਫ ਡੀਜ਼ਲ ਦੇ ਰੇਟ ਇੰਨੇ ਵੱਧ ਗਏ ਨੇ ਕਿ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਨੇ। ਅਸੀਂ ਬਿਜਲੀ ਸਬਸਿਡੀ ਦੇ ਰਹੇ ਹਾਂ ਕਿ ਤਕਰੀਬਨ 6-7 ਹਜ਼ਾਰ ਰੁਪਏ ਇੱਕ ਕਿਸਾਨ ਨੂੰ ਸਾਲ ਦੀ ਬਣ ਜਾਂਦੀ ਹੈਗੀ ਹੈ। ਪਰ ਦੂਸਰੀ ਪਾਸੇ ਇੱਕ ਡੀਜ਼ਲ ਦਾ ਜੋ ਡਰਮ ਭਰਾਉਣਾ ਪੈਂਦਾ ਹੈ ਉਹ ਕਿੰਨਾ ਮਹਿੰਗਾ ਹੋ ਗਿਆ ਪਹਿਲਾਂ ਨਾਲੋਂ। 8-9 ਹਜ਼ਾਰ ਉਸ ਦੀ, ਜਾਂ ਉਲਟਾ ਜੀ ਸਾਨੂੰ ਬਿਜਲੀ ਪੂਰੀ ਟਾਈਮਲੀ ਨਾ ਮਿਲੇ ਜਾਂ ਕੱਟ ਲੱਗ ਜਾਣ ਤਾਂ ਸਾਡੀ ਸਬਸਿਡੀ ਹੈ ਜਿਹੜੀ ਉਹ ਵਿੱਚੇ ਚਲੀ ਜਾਂਦੀ ਹੈ। ਤਾਂ ਫਾਰਮਰ ਕਮਿਸ਼ਨ ਨੇ ਇਹ ਰਿਪੋਰਟ ਵੀ ਕੀਤਾ ਸੀ ਕਿ ਜਿਹੜੇ ਧਨਾੜ ਕਿਸਾਨ ਨੇ, ਵੱਡੇ ਕਿਸਾਨ ਹੈ, ਉਹਨਾਂ ਦੀ ਸਬਸਿਡੀ ਹੈ ਇਹ ਬੰਦ ਕਰਨੀ ਚਾਹੀਦੀ ਹੈ ਅਤੇ ਇਹ ਸਬਸਿਡੀ ਜਿਹੜੀ ਆਮ ਲੋਕਾਂ ਤੱਕ ਪਹੁੰਚਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਟੇਟ ਗੌਰਮੈਂਟ ਜਿਵੇਂ ਪਿਛਲੀ ਸਰਕਾਰ ਰਹੀ ਹੈ ਉਹਨੇ ਵੀ ਕੁਛ ਨਹੀਂ ਸੋਚਿਆ। ਇਹਨਾਂ ਨੂੰ ਖੇਤੀ ਵਿਭਿੰਨਤਾ ਦੇ ਰਾਹ ਪੈਣਾ ਚਾਹੀਦਾ, ਬਜਟ ਰੱਖਣਾ ਚਾਹੀਦਾ, ਆਪਣਾ ਕੋਈ ਠੋਸ ਹੱਲ ਦੇਣੇ ਚਾਹੀਦੇ ਹੈ। ਕਿਸਾਨਾਂ ਨੂੰ ਕੁਛ ਦਿਖਾਓ ਤਾਂ ਸਹੀ ਤਸਵੀਰ ਤੁਸੀਂ ਕਿ ਤੁਸੀਂ ਝੋਨਾ ਛੱਡੋ, ਇਹ ਚੀਜ਼ ਲਾਓ। ਜਿਵੇਂ ਬਹੁਤ ਸਾਰੀਆਂ ਸਟੇਟਾਂ ਹੈਗੀਆਂ ਖੇਤੀ ਵਿਭਿੰਨਤਾ ਲਈ ਜਿਹੜੇ ਹੋਰ ਕੋਈ ਫਸਲਾਂ ਕਰੋਪ ਜਿਹੜੇ ਬੀਜਦੇ ਹੈਗੇ ਨੇ ਉਹਨਾਂ ਨੂੰ ਪਰ ਏਕੜ ਸਬਸਿਡੀ ਦਿੰਦੀਆਂ ਨੇ। ਇਸ ਤਰ੍ਹਾਂ ਦੀ ਕੋਈ ਸਕੀਮ ਆ ਸਕਦੀ ਹੈ। ਇਸ ਕਰਕੇ ਸੈਂਟਰ ਨੂੰ ਵੀ ਸਟੇਟਾਂ ਨੂੰ ਵੀ ਦੋਨਾਂ ਨੂੰ ਸਿਰ ਜੋੜ ਕੇ ਕੰਮ ਕਰਨਾ ਪਏਗਾ। ਜੀ ਸਰ, ਪੰਜਾਬ ਸਰਕਾਰ ਦਾ ਬਜਟ ਇਜਲਾਸ 'ਚ ਵੀ ਕਿਸਾਨ ਖੁਦਕੁਸ਼ੀਆਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। ਇਸ ਦੌਰਾਨ ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਲਈ ਕੋਈ ਐਲਾਨ ਹੋਏ ਨੇ? ਇਹਦੇ 'ਤੇ ਝਾਤ ਪਾਓ। ਹਾਂ ਬਿਲਕੁਲ, ਤੁਹਾਡੀ ਗੱਲ ਠੀਕ ਹੈ। ਸਾਨੂੰ ਵੀ ਲੱਗਦਾ ਸੀਗਾ ਕਿ ਲਾਸਟ ਈਅਰ ਹੈ ਕਿ ਸਰਕਾਰ ਇਹ ਵੀ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੀ ਹਿਤੈਸ਼ੀ ਹੈਗੇ ਹਾਂ, ਕਿਸਾਨਾਂ ਦਾ ਨਾਅਰੇ ਲਾਉਂਦੀ ਹੈ ਸਰਕਾਰ। ਕਿਸਾਨ ਦਾ ਜਿਹੜਾ ਹੋਕਾ ਵੱਜ ਰਿਹਾ ਹੈ, ਹਰ ਦਿਨ ਵੱਜਦਾ ਹੈਗਾ। ਤਾਂ ਮੈਨੂੰ ਇਹ ਲੱਗਦਾ ਸੀ ਕਿ ਉਹ 3 ਲੱਖ ਇਮਦਾਦ ਹੈ ਜਿਹੜੀ ਸਰਕਾਰ ਦਿੰਦੀ ਹੈਗੀ ਹੈ ਕਿ ਜਿਹੜਾ ਵੀ ਕੋਈ ਕਿਸਾਨ ਖੁਦਕੁਸ਼ੀ ਕਰ ਜਾਂਦਾ ਹੈ, ਕੋਈ ਖੇਤ ਮਜ਼ਦੂਰ ਖੁਦਕੁਸ਼ੀ ਕਰ ਜਾਂਦਾ ਹੈ, ਉਹਨੂੰ 3 ਲੱਖ ਰੁਪਏ ਦੀ ਰਾਸ਼ੀ ਰੱਖੀ ਗਈ ਸੀ। ਇਹ ਵੀ ਅਮਰਤ ਬੜੀ ਔਖੀ ਸੀ ਰਾਸ਼ੀ ਰੱਖੀ। ਇਹ ਰਾਸ਼ੀ ਰੱਖਣ ਦੇ ਲਈ ਘੱਟੋ ਘੱਟ 14 ਸਾਲ ਦਾ ਟਾਈਮ ਲੱਗਿਆ। ਮੇਰੇ ਯਾਦ ਹੈ ਕਿ ਜਦੋਂ 2001 ਤੇ 2 ਦਾ ਬਜਟ ਸੀਗਾ ਉਹਦੇ ਵਿੱਚ ਇਹ ਰਾਸ਼ੀ ਰੱਖੀ ਗਈ ਸੀ 2 ਲੱਖ ਰੁਪਇਆ। ਅਤੇ ਉਸ ਤੋਂ ਬਾਅਦ ਸਰਕਾਰ ਚੇਂਜ ਹੋ ਗਈ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਤਾਂ ਉਹਨੇ ਇੰਪਲੀਮੈਂਟ ਹੀ ਨਹੀਂ ਕੀਤੀ, ਉਹਨੇ ਕਦੇ ਰਾਸ਼ੀ ਨਹੀਂ ਰੱਖੀ ਸੀ। ਉਸ ਤੋਂ ਬਾਅਦ ਫਿਰ ਜਦੋਂ ਗੱਠਜੋੜ ਦੀ ਸਰਕਾਰ ਹੋਈ ਤਾਂ ਉਹਨਾਂ ਨੇ ਫਿਰ ਸਰਵੇ ਦੇ ਚੱਕਰ 'ਚ ਪੈ ਗਏ ਕਿ ਕਿੰਨੇ ਕਿਸਾਨ ਖੁਦਕੁਸ਼ੀ ਕਰ ਗਏ, ਮਜ਼ਦੂਰ ਕਿੰਨੇ ਖੁਦਕੁਸ਼ੀ ਕਰ ਗਏ। ਪਹਿਲਾਂ ਉਹਨਾਂ ਦਾ ਆਪਾਂ ਸਰਵੇ ਕਰਾਂਗੇ, ਉਸ ਤੋਂ ਬਾਅਦ ਤੈਅ ਕਰਾਂਗੇ। ਬੜੇ ਲੰਬੇ ਘੋਲਾਂ ਦੇ ਬਾਅਦ ਮਤਲਬ ਤਕਰੀਬਨ 2014-15 ਦੇ ਵਿੱਚ ਆ ਕੇ ਸਕੀਮ ਲਾਗੂ ਹੋਈ ਸੀ। ਫਿਰ ਵੀ ਇਹਦੀਆਂ ਕੰਡੀਸ਼ਨਾਂ ਇੰਨੀਆਂ ਸਖਤ ਰੱਖ ਦਿੱਤੀਆਂ ਕਿ ਬਹੁ ਗਿਣਤੀ ਹੈ ਜਿਹੜੇ ਇਹ ਤੋਂ ਆਊਟ ਹੋ ਜਾਂਦੇ ਸੀਗੇ। ਹੁਣ ਪਹਿਲੀ ਗੱਲ ਤਾਂ ਇਹ ਕਿ ਸਰਕਾਰ ਨੇ 3 ਲੱਖ ਤੋਂ 5 ਲੱਖ ਕੀਤੇ ਜਾਣ ਦਾ ਵਾਅਦਾ ਕੀਤਾ ਸੀ, ਲਾਸਟ ਬਜਟ ਸੀ, ਸਰਕਾਰ ਨੇ ਪੂਰਾ ਨਹੀਂ ਕੀਤਾ। ਦੂਸਰਾ, ਇਹਦੇ ਲਈ ਬਜਟ ਕੋਈ ਨਹੀਂ ਰੱਖਿਆ 3 ਲੱਖ ਲਈ। ਜੇ ਤੁਸੀਂ ਪਿਛਲੇ 4 ਸਾਲ ਦੇ ਅੰਕੜੇ ਦੇਖਦੇ ਹਾਂ, ਪਿਛਲੇ 4 ਸਾਲਾਂ 'ਚ ਸਿਰਫ 224 ਪਰਿਵਾਰਾਂ ਨੂੰ ਤਕਰੀਬਨ ਪੌਣੇ 10 ਕਰੋੜ ਰੁਪਏ ਦਾ ਜਿਹੜਾ ਮੁਆਵਜ਼ਾ ਦਿੱਤਾ ਗਿਆ, ਜਿਹੜੇ ਖੁਦਕੁਸ਼ੀ ਪੀੜਤ ਪਰਿਵਾਰ ਸੀਗੇ। ਪਰ ਅਮਰਤ ਇਹ ਵੀ ਯਾਦ ਰਹੇ ਕਿ ਜਿਹੜੇ ਜਦੋਂ ਕਰਜ਼ਾ ਮਾਫੀ ਦੇ ਸਮਾਗਮ ਹੋਏ ਸੀ ਸਾਰੇ ਪੰਜਾਬ ਦੇ ਵਿੱਚ, ਤੇ ਉਹਨਾਂ ਤੇ ਸਰਕਾਰ ਨੇ 9.25 ਕਰੋੜ ਰੁਪਏ ਖਰਚ ਕਰ ਦਿੱਤਾ ਕਿਉਂਕਿ ਉਹਦਾ ਬੈਨੀਫਿਟ ਲੈਣਾ ਸੀ, ਲੋਕਾਂ ਨੂੰ ਦਿਖਾਉਣਾ ਸੀ ਕਿ ਅਸੀਂ ਤੁਹਾਨੂੰ ਇੱਕ ਖੈਰਾਤ ਦੇ ਰਹੇ ਹਾਂ, ਪੋਲੀਟੀਕਲ ਐਡਵਾਂਟੇਜ ਲੈਣਾ ਸੀ। ਤਾਂ ਉਹਨੇ ਤਾਂ ਪੈਸੇ ਦੇ ਕੇ 250 ਪਰਿਵਾਰਾਂ ਨੂੰ ਅਸੀਂ ਮੁਆਵਜ਼ਾ ਦੇ ਸਕਦੇ ਸੀ। ਤਾਂ ਇਹਨਾਂ ਗੱਲਾਂ ਤੋਂ ਸਰਕਾਰ ਦੀ ਸਿੰਸੈਰਿਟੀ ਝਲਕਦੀ ਹੈਗੀ ਹੈ। ਤਾਂ ਇਹ ਜਿਹੜੇ ਟੋਟਲੀ ਹੈਗੇ, ਜਿੰਨਾ ਚਿਰ ਕਿਸਾਨ ਨੂੰ ਅੰਨਦਾਤਾ ਨਹੀਂ ਮੰਨਦੇ, ਉਹਨਾਂ ਦੇ ਅੰਦਰ ਕੋਈ ਦਰਦ ਨਹੀਂ ਉੱਠਦਾ, ਠੀਕ ਹੈ, ਉਹਨਾਂ ਟਾਈਮ ਕੁਛ ਨਹੀਂ ਹੋਣ ਵਾਲਾ। ਕਿਉਂਕਿ ਨਾਰਮਲੀ ਤਾਂ ਹੁਣ ਕਿਸਾਨ ਨੂੰ ਇੱਕ ਵੋਟ ਬੈਂਕ ਦੇ ਤੌਰ ਤੇ ਲਿਆ। ਜਦੋਂ ਉਹਨੂੰ ਇੱਕ ਕਿਸਾਨ ਨੂੰ ਅੰਨਦਾਤਾ ਸਮਝੋਗੇ ਪ੍ਰੈਕਟੀਕਲੀ ਅੰਦਰ, ਕਿਉਂਕਿ ਹੁਣ ਸਾਡੇ ਜਿਹੜੇ ਪੋਲੀਟੀਕਲ ਲੋਕ ਹੈ ਉਹ ਵੀ ਨਹੀਂ, ਕਿਸੇ ਟਾਈਮ ਕੀ ਸੀਗਾ ਕਿ ਜਿਹੜੀ ਸਿਆਸਤ ਸੀ ਉਹ ਸੇਵਾ ਸੀ, ਮਿਸ਼ਨ ਸੀ ਇੱਕ ਸਿਆਸਤ ਦਾ ਕਿ ਅਸੀਂ ਸੇਵਾ ਲਈ ਆਉਣਾ, ਸਰਵਿਸ ਲਈ ਆਉਣਾ ਹੈਗਾ। ਪਰ ਹੁਣ ਕੀ ਬਣ ਗਿਆ? ਹੁਣ ਸਾਨੂੰ ਲੱਗਦਾ ਕਿ ਅਸੀਂ ਸਿਆਸਤ ਜਿਹੜੀ ਰਾਜ ਭਾਗ ਹੈ ਉਹਨੂੰ ਮੰਨਣ ਲਈ ਆਉਣੇ ਆ। ਜਿਹੜੇ ਨਵੇਂ ਪੋਚ ਆ ਰਿਹਾ ਸਿਆਸਤ ਦੇ ਵਿੱਚ ਉਹ ਸਿਰਫ ਮੰਨਣ ਲਈ ਆ ਰਿਹਾ। ਜੇ ਸੇਵਾ ਲਈ ਆਏਗਾ ਤਾਂ ਕਿਸਾਨ ਨੂੰ ਆਜ਼ਾਦ ਨਾ ਦਿਨ ਦੇਖਣੇ ਪੈਂਦੇ। ਜੀ ਬਿਲਕੁਲ। ਸੋ ਦੋਸਤੋ, ਇਹ ਸਨ ਸਾਡੇ ਨਾਲ ਚਰਨਜੀਤ ਭੁੱਲਰ ਜੀ। ਉਹਨਾਂ ਨੇ ਸਾਡੇ ਨਾਲ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਕਿਸਾਨ ਮੁੱਦੇ ਤੇ ਸਰਕਾਰ ਨੇ ਜਿਹੜੇ ਵਾਅਦੇ ਵਫਾ ਨਹੀਂ ਕੀਤੇ, ਅਸੀਂ ਉਮੀਦ ਕਰਦੇ ਹਾਂ ਕਿ ਰਹਿ ਗਏ ਕਾਰਜਕਾਲ ਦੌਰਾਨ ਸਰਕਾਰ ਉਹਨਾਂ ਤੇ ਖਰੀ ਉਤਰੇਗੀ। ਭਲਕੇ ਅਸੀਂ ਫਿਰ ਨਵੇਂ ਮੁੱਦੇ ਨਾਲ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਧੰਨਵਾਦ।